रूप रंग अर रेख पेख, को कह न सकत केह। अचल मूरत अनभव प्रकाश, अमितोज कहिजै। कोट इंद्र इंद्राण, साहि साहान गणिजै। त्रिभुवन महीप सुर नर असुर, नेत नेत बन तृण कहत। त्वै सर्ब नाम कथै कवन, कर्म नाम वर्णत सुमत। त्वै सर्ब नाम कथै कवन, कर्म नाम वर्णत सुमत। सतनाम श्री वाहिगुरु साहिब जी। तो मसनद नशी सरवरे कायनात, के अजब अस्त इंसाफ ई हम सिफात। तो मसनद नशी सरवरे कायनात, के अजब अस्त इंसाफ ई हम सिफात। वाहिगुरु जी का खालसा, वाहिगुरु जी की फतेह। परम सन्मानयोग जुगो जुग अटल, चवर छतर तखत दे मालक, दसां पातशाहियां दी जोत, धन श्री गुरु ग्रंथ साहिब महाराज जी दी पावन पवित्र हजूरी अंदर ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਆਪ ਜੀ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਨਿਤਨੇਮ ਦੀਆਂ ਬਾਣੀਆਂ, ਪੰਜਾਂ ਬਾਣੀਆਂ ਦਾ ਜਾਪ ਸਰਵਣ ਕਰ ਰਹੇ ਸੀ। ਸਮਾਂ ਹੋਇਆ ਹੈ ਕਥਾ ਵਿਚਾਰ ਦਾ। ਆਓ ਜੋ ਜਫਰਨਾਮੇ ਦੀ ਵਿਚਾਰ ਚੱਲ ਰਹੀ ਹੈ, ਮਨ ਚਿਤ ਬ੍ਰਿਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਰਚਨਾ ਸਤਿਗੁਰੂ ਪਾਤਸ਼ਾਹ ਜੀ ਨੇ ਦੀਨੇ ਨਗਰ ਵਿੱਚ ਬੈਠ ਕੇ ਇਹ ਜ਼ਫਰਨਾਮਾ ਜਿੱਤ ਦੀ ਚਿੱਠੀ ਔਰੰਗਜ਼ੇਬ ਨੂੰ ਲਿਖੀ ਸੀ। ਉਹਦੀ ਵਿਚਾਰ ਆਪਾਂ ਕੁਝ ਦਿਨਾਂ ਤੋਂ ਸਰਵਣ ਕਰ ਰਹੇ ਹਾਂ। ਸੋ ਹੁਣ ਤੱਕ 65 ਬੈਂਤਾਂ ਦੀ ਵਿਚਾਰ ਆਪਾਂ ਸਰਵਣ ਕੀਤੀ ਹੈ। ਬਾਬਾਇਦ ਕੇ ਯਜ਼ਦਾਂ ਸ਼ਨਾਸ਼ੀ ਕੁਨੀ, ਨਾ ਗੁਫਤਹ ਕਸ਼ਾ ਕਸ਼ ਖਰਾਸ਼ੀ ਕੁਨੀ। ਇੱਥੋਂ ਤੱਕ ਆਪਾਂ ਸਰਵਣ ਕਰ ਚੁੱਕੇ ਹਾਂ। ਆਓ ਅੱਗੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। तो मसनद नशी सरवरे कायनात, के अजबस्त इंसाफ ई हम सिफात। धन सतगुरु गुरु गोबिंद सिंह साहिब महाराज लिख रहे ने औरंगजेब नूं। तो मैंने तू मसनद मैंने राजगद्दी, नशी मैंने स्थित टिकिया है। महाराज गुरु गोबिंद सिंह जी कहते ने, ए औरंगजेब तू राज गद्दी उपर टिकिया है, बैठा है। सरवरे कायनात, सरवरे मने सरदार जां जथेदार, कायनात ए खलकत ए प्रजा, ते इथों दी तू प्रजा दा जथेदार सरदार बनिया है। कि अजब अस्त इंसाफ ई हम सिफात। महाराज कहते औरंगजेब अजब अस्त
ਅਨੋਖੇ ਨੇ ਤੇਰੇ ਇਨਸਾਫ ਤੇ ਤੇਰੀ ਸਿਫਤ ਵੀ ਅਨੋਖੀ ਹੈ। ਤੇਰੇ ਨਿਆਂ ਨੂੰ ਵੀ ਅਸਚਰਜ ਹੈ ਤੇ ਤੇਰੀ ਸਿਫਤ ਨੂੰ ਵੀ ਅਸਚਰਜ ਹੈ, ਜੋ ਤਖਤ ਤੇ ਬੈਠ ਕੇ ਕੁਕਰਮ ਕਰਦਾ ਹੈ। ਇੱਥੇ ਇਹ ਸਤਿਗੁਰੂ ਜੀ ਅਸਚਰਜ ਸ਼ਬਦ ਜਿਹੜੇ ਨੇ ਉਹਨੂੰ ਲਾਹਨਤ ਪਾਉਣ ਵਾਸਤੇ ਵਰਤ ਰਹੇ ਨੇ। ਔਰੰਗਜ਼ੇਬ, ਲਾਹਨਤ ਹੈ ਤੇਰੇ ਇਨਸਾਫ ਨੂੰ ਤੇ ਲਾਹਨਤ ਹੈ ਤੇਰੀ ਸਿਫਤ ਨੂੰ। ਕਿ ਅਜਬ ਅਸਤ ਇਨਸਾਫ ਦੀ ਪਰਵਰੀ, ਕਿ ਹੈ ਫਸਤ ਸਦ ਹੈਫ ਈ ਸਰਵਰੀ। ਔਰੰਗਜ਼ੇਬ, ਤੂੰ ਆਪਣੇ ਆਪ ਨੂੰ ਦੀਨ ਦੀ, ਧਰਮ ਦੀ ਪਾਲਣਾ ਕਰਨ ਵਾਲਾ ਕਹਿਲਾਉਂਦਾ ਹੈ। ਦੀਨ ਪਰਵਰੀ, ਵੀ ਮੈਂ ਧਰਮ ਦੀ ਪਾਲਣਾ ਕਰਨ ਵਾਲਾ ਹਾਂ, ਧਰਮ ਨੂੰ ਪਾਲਦਾ ਹਾਂ, ਇਨਸਾਫ ਕਰਦਾ ਹਾਂ। ਅਜਬਸਤ, ਲਾਹਨਤ ਹੈ, ਅਨੋਖੀ ਹੈ ਤੇਰੀ ਨਿਆਂ ਦੀ ਪ੍ਰਣਾਲੀ। ਲਾਹਨਤ ਹੈ ਤੇਰੇ ਨਿਆਂ ਨੂੰ ਜੋ ਤੂੰ ਜ਼ੁਲਮ ਕਰ ਰਿਹਾ, ਔਰ ਪਰਮੇਸ਼ਰ ਤੋਂ, ਖੁਦਾ ਤੋਂ ਬੇਮੁਖ ਹੋ ਕੇ ਜਿਹੜੀ ਤੂੰ ਦੀਨ ਦੀ ਪਾਲਣਾ ਕਰਦਾ ਨਾ, ਮਹਾਰਾਜ ਕਹਿੰਦੇ ਇਹਨੂੰ ਵੀ ਲਾਹਨਤ ਹੈ। ਕਿ ਹੈ ਫਸਤ ਸਦ, ਹੈ ਫਸਤ ਕਹਿੰਦੇ ਨੇ ਲਾਹਨਤ। ਸੈਂਕੜੇ ਵਾਰ ਔਰੰਗਜ਼ੇਬ ਤੈਨੂੰ ਲਾਹਨਤ ਹੈ। हैफ ई सरवरी, हैफ मैंने लानत, ई मैंने इस सरवरी मैंने सरदारी, तेरी इस सरदारी ते लानत है। अथवा हैफ ਦਾ ਅਰਥ ਵਿਦਵਾਨ ਅਫਸੋਸ ਵੀ ਕਰਦੇ ਨੇ, ਕਹਿੰਦੇ ਅਫਸੋਸ ਤੇਰੀ ਇਹੋ ਜੀ ਸਰਦਾਰੀ ਤੇ, ਵੀ ਜਿੱਥੇ ਤੂੰ ਬੈਠਾ ਨਾ, ਇਸ ਥਾਂ ਤੇ ਬੈਠ ਕੇ ਤੈਨੂੰ ਨਿਆਂ ਕਰਨਾ ਚਾਹੀਦਾ ਸੀ, ਪਰ ਤੂੰ ਨਿਆਂ ਨਹੀਂ ਕਰਦਾ, ਅਨਿਆਂ ਕਰ ਰਿਹਾ ਹੈ, ਲੋਕਾਂ ਤੇ ਜ਼ੁਲਮ ਢਾ ਰਿਹਾ ਹੈ। ਇਹ ਅਜਬ ਅਸਤ ਮਹਾਰਾਜ ਸ਼ਬਦ ਵਰਤ ਰਹੇ ਨੇ ਵੀ ਅਸਚਰਜ, ਅਨੋਖੇ ਨੇ ਤੇਰੇ ਢੰਗ। ਇਹ ਉਹਨੂੰ ਲਾਹਨਤ ਪਾਉਣ ਵਾਸਤੇ ਮਹਾਰਾਜ ਵਰਤਦੇ ਨੇ। ਜਿਵੇਂ ਕੋਈ ਘਰ ਦੇ ਵਿੱਚੋਂ ਪੁੱਤ ਗਿਆ ਹੋਵੇ ਤੇ ਕੋਈ ਗਲਤ ਕੰਮ ਕਰਕੇ ਆ ਜਾਏ ਤੇ ਪਿਓ ਨੂੰ ਘੂਰਦਾ ਹੋਇਆ ਇਹ ਗੱਲ ਕਹਿੰਦਾ ਹੈ ਵੀ ਚੰਗਾ ਕਰ ਆਇਆ, ਮਤਲਬ ਕਿ ਤੂੰ ਮਾੜਾ ਕਰਕੇ ਆਇਆ। ਇਹ ਅਨੋਖੇ ਅਜਬ ਅਸਤ ਹੈਰਾਨ ਕੁਨ ਸ਼ਬਦ ਜਿਹੜੇ ਮਹਾਰਾਜ ਵਰਤਦੇ ਨੇ। ਮਹਾਰਾਜ ਕਹਿੰਦੇ ਔਰੰਗਜ਼ੇਬ, ਅਨੋਖੇ ਨੇ ਤੇਰੇ ਇਨਸਾਫ ਦੇ ਢੰਗ, ਜਿਹੜੀ ਤੂੰ ਦੀਨ ਦੀ ਪਾਲਣਾ ਕਰਦਾ ਇਹ ਵੀ ਅਸਚਰਜ ਹੈ, ਭਾਵ ਲਾਹਨਤ ਹੈ ਤੈਨੂੰ। ਅੱਗੇ ਮਹਾਰਾਜ ਲਿਖਦੇ ਨੇ ਕਿ ਅਜ਼ਬ ਅਸਤ ਫਤਵਾਹ ਸ਼ੁਮਾ, ਬਜ਼ੁਜ ਰਾਸਤੀ ਸੁਖਨ ਗੁਫਤਨ ਜ਼ਿਆ। ਅਜ਼ਬ ਅਸਤ, ਅਜ਼ਬ ਹੈਰਾਨ ਅਸਤ ਹੈ ਅਥਵਾ ਅਨੋਖੇ ਨੇ। ਫਤਵਾ ਦਾ ਅਰਥ ਮੁਰਾਤਬੇ। ਔਰੰਗਜ਼ੇਬ ਜੋ ਤੇਰੇ ਮੁਰਾਤਬੇ ਨੇ, ਤੇਰੇ ਮੁਰਾਤਬੇ ਨੂੰ ਵੀ ਅਸਚਰਜ, ਭਾਵ ਲਾਹਨਤ ਹੀ ਲਾਹਨਤ ਹੈ ਤੇਰੇ ਮੁਰਾਤਬੇ ਨੂੰ। ਵੀ ਏਡੇ ਵੱਡੇ ਉੱਚੇ ਥਾਂ ਤੇ ਬਹਿ ਕੇ ਤੂੰ ਇਨਸਾਫ ਪਸੰਦ ਨਹੀਂ ਬਣ ਸਕਿਆ। ਲੋਕ ਤੈਨੂੰ ਕਹਿੰਦੇ ਹੋਣਗੇ, ਪਰ ਮਹਾਰਾਜ ਕਹਿੰਦੇ ਮੇਰੀਆਂ ਨਜ਼ਰਾਂ ਵਿੱਚ ਤੂੰ ਇਨਸਾਫ ਪਸੰਦ ਰਾਜਾ ਨਹੀਂ ਹੈ। ਅਥਵਾ ਫਤਵਾ ਦਾ ਅਰਥ ਫਤਵੇ ਵੀ ਵਿਦਵਾਨ ਕਰਦੇ ਨੇ। ਮਹਾਰਾਜ ਕਹਿੰਦੇ ਇਹ ਜਿਹੜੇ ਤੁਹਾਡੇ ਫਤਵੇ ਨੇ ਇਹ ਵੀ ਅਨੋਖੇ ਨੇ ਤੇ ਬਹੁਤ ਅਨੋਖੇ ਨੇ, ਜੋ ਸੱਚ ਨੂੰ ਛੱਡ ਕੇ ਦਿੱਤੇ ਜਾ ਰਹੇ ਨੇ। ਜਿਹੜੇ ਫਤਵੇ ਤੂੰ ਸੁਣਾਉਣਾ ਨਾ ਕਾਜ਼ੀਆਂ ਦੇ ਪਾਸੋਂ, ਵੀ ਫਲਾਣੇ ਨੂੰ ਆਹ ਫਤਵਾ ਸੁਣਾ ਦਿਓ, ਫਲਾਣੇ ਨੂੰ ਆਹ ਫਤਵਾ ਸੁਣਾ ਦਿਓ, ਮਹਾਰਾਜ ਕਹਿੰਦੇ ਅਨੋਖੇ ਨੇ। ਸੱਚ ਨੂੰ ਛੱਡ ਕੇ ਇਹ ਫਤਵੇ ਦਿੱਤੇ ਜਾਂਦੇ ਨੇ ਤੇ ਸੱਚ ਦੇ ਰਾਹ ਦੇ ਉੱਪਰ ਔਰੰਗਜ਼ੇਬ ਤੂੰ ਨਹੀਂ ਚੱਲਦਾ। ਧਰਮ ਦੀ ਓਟ ਲੈ ਕਰਕੇ ਤੂੰ ਗਲਤ ਕੰਮ ਕਰਦਾ ਹੈ। ਉਹ ਆਪ ਜੀ ਨੇ ਇੱਕ ਕਹਾਣੀ ਸੁਣੀ ਹੋਵੇਗੀ ਕਿ ਇੱਕ ਵਾਰ ਇੱਕ ਕਾਂ ਤੇ ਕਬੂਤਰ ਕਿਸੇ ਜਾਲ ਵਿੱਚ ਫਸ ਗਏ ਤੇ ਦੋਵੇਂ ਰੋਣ ਉੱਚੀ ਉੱਚੀ ਰੋਣ ਵੀ ਜਾਲ ਵਿੱਚ ਫਸ ਗਏ ਆ, ਸ਼ਿਕਾਰੀ ਹੁਣ ਆਵੇਗਾ ਲੈ ਜਾਏਗਾ। ਕਬੂਤਰ ਕਾਂ ਨੂੰ ਕਹਿੰਦਾ ਹੈ ਵੀ ਚੁੱਪ ਕਰ, ਤੂੰ ਕਿਉਂ ਰੋਣਾ ਹੈ? ਉਹ ਕਹਿੰਦਾ ਮੈਂ ਮੁਸੀਬਤ ਵਿੱਚ ਹਾਂ, ਜਾਲ ਵਿੱਚ ਫਸਿਆ, ਮੈਂ ਤਾਂ ਰੋਂਦਾ ਹਾਂ। ਕਬੂਤਰ ਕਹਿੰਦਾ ਤੈਨੂੰ ਰੋਣ ਦੀ ਲੋੜ ਨਹੀਂ, ਮੈਂ ਤੇ ਹਲਾਲ ਹਾਂ, ਮੈਨੂੰ ਤਾਂ ਜਾਲ ਵਿੱਚੋਂ ਕੱਢੇਗਾ, ਵੱਢ ਕੇ ਖਾ ਜਾਏਗਾ, ਤੇ ਤੂੰ ਤਾਂ ਹਰਾਮ ਹੈ। ਤੇਰਾ ਉਹਨੇ ਕੀ ਕਰਨਾ ਹੈ? ਜਾਲ ਵਿੱਚੋਂ ਕੱਢਣਾ, ਤੈਨੂੰ ਉਡਾ ਦੇਣਾ, ਤੇਰੀ ਜ਼ਿੰਦਗੀ ਬਖਸ਼ੀ ਜਾਣੀ ਹੈ, ਗੱਲ ਤੇ ਮੇਰੀ ਹੈ ਨਾ। ਕਬੂਤਰ ਕਹਿੰਦਾ। ਕਾਂ ਪਤਾ ਅੱਗੋਂ ਕਹਿੰਦਾ ਮੈਂ ਤੇਰੇ ਤੋਂ ਜ਼ਿਆਦਾ ਹੈਰਾਨ ਹਾਂ। ਉਹ ਇਸ ਗੱਲ ਤੇ ਉਹ ਕਹਿੰਦਾ ਹੈਰਾਨ ਕਿਉਂ? ਕਬੂਤਰ ਕਹਿੰਦਾ
ਕਾਂ ਕਹਿੰਦਾ ਹੈਰਾਨ ਇਸ ਕਰਕੇ ਆ ਕਿ ਇਹ ਜਾਲ ਕਿਸੇ ਜਾਹਿਲ ਅਨਪੜ੍ਹ ਦਾ ਨਹੀਂ, ਇਹ ਜਾਲ ਪਾਇਆ ਹੋਇਆ ਇੱਕ ਮੌਲਵੀ ਦਾ, ਇੱਕ ਮੁਫਤੀ ਦਾ। ਉਹ ਕਹਿੰਦਾ ਇਹਨਾਂ ਕੀ ਫਰਕ ਪੈਂਦਾ? ਕਹਿੰਦਾ ਫਰਕ ਕਿਉਂ ਨਹੀਂ ਪੈਂਦਾ? ਮੈਨੂੰ ਇਹ ਡਰ ਹੈ ਕਿ ਇਹ ਮੌਲਵੀ, ਇਹ ਮੁਫਤੀ ਕਿਤੇ ਮੈਨੂੰ ਹਲਾਲ ਦਾ ਫਤਵਾ ਦੇ ਕੇ ਵੱਢ ਕੇ ਨਾ ਖਾ ਜਾਵੇ। ਮਤਲਬ ਕਿ ਧਰਮ ਦੀ ਓਟ ਲੈ ਕੇ ਇਹ ਔਰੰਗਜ਼ੇਬ ਬੜੇ ਗਲਤ ਕੰਮ ਕਰਦਾ ਰਿਹਾ ਹੈ। ਮਹਾਰਾਜ ਕਹਿੰਦੇ ਨੇ ਕਿ ਅਜ਼ਬਸਤ ਫਤਵਾ ਸ਼ੁਮਾ, ਤੇਰੇ ਜਿਹੜੇ ਫਤਵੇ ਦਿੱਤੇ ਜਾਂਦੇ ਨੇ ਸੱਚ ਨੂੰ ਛੱਡ ਕੇ, ਉਹਨਾਂ ਨੂੰ ਵੀ ਲਾਨਤ ਹੈ। ਬਜ਼ੁਜ਼ ਰਾਸਤੀ ਸੁਖਨ ਗੁਫਤਨ ਜ਼ਿਆਮ, ਬਜ਼ੁਜ਼ ਮੈਨੇ ਬਗੈਰ, ਰਾਸਤੀ मैंने सच्चाई, सुखन मैंने बोल। जो सच्चाई तो बिना बोल गुफ्तन कहने ने जियां मैंने नुकसान, वो नुकसानदायक हुंदे ने। औरंगजेब सच्चाई नूं छड्ड के जो बोल कहने ने उन्हां दे विच नुकसान ही नुकसान है, लाभ उहदे विच कोई नहीं हुंदा। कुछ समय लई मनुख सच दे उपर झूठ दा पड़दा पा दिंदा है, पर ओड़क सच रही, अंत नूं सच जिहड़ा ਉਹ सच ही रहिंदा है। इस लई सच्चाई तो बिना जो कहना है वो नुकसान देण वाला है। मजन तेग बर खून कसबे दरेग, तुरा नीज खून अस्त बा चरख तेग। मजन मां मैंने मत मतलब ना, जन मैंने मार, तेग मैंने तलवार, बर मैंने ऊपर, कस मैंने किसे दे बेदरेग बेदर्द। महाराज कहते औरंगजेब तू बेदर्द बन के किसे दा खून करन लई तलवार ना चला, बेदर्द हो करके किसे दे उपर तलवार ना चला। औरंगजेब ते एक गल नूं तू चेते रख, तुरा नीज खून अस्तबा चरख तेग। तुरा मैंने तेरा, नीज मैंने भी, खून अस्त खून होवेगा, बा मैंने नाल, चरख मैंने आकाशी तेग तलवार। तेरा खून भी एक दिन आकाशी तलवार नाल होवेगा, गैबी तलवार नाल होवेगा। भाव मौत दी तलवार परमात्मा दी जदों चलदी है उहदे तों कोई बच नहीं सकदा। इस लई तू बेदर्द हो करके लोकां दे उपर तलवार चला के खून ना कर, तेरे उपर भी रब्बी तलवार चलेगी, उहदा हुक्म आवेगा, गैबी तलवार दे नाल तू मारिया जाएगा। तो गाफल मशो मर्द यजदा हिरास, के ओ बे नियाजस्त ओ बे सुपास। महाराज कहते ने ए औरंगजेब तो गाफल मशो, तू गाफल ना हो, तो मैंने तू गाफल, मां मैंने ना, शौ मैंने हो, तू गाफल ना हो। मर्द यजदा हिरास, हिरास कहते ने खौफ डर। परमात्मा जो है ਉਹਦੇ ਤੋਂ ਡਰ ਧਾਰਨ ਕਰ। अथवा ए मर्द औरंगजेब तू मर्द कहाउना ना अपने आप ਨੂੰ, ਚੇਤੇ ਕਰ खुदा ਨੂੰ, तू वाहिगुरु ਦੇ खौफ ਵੱਲੋਂ गाफल ना हो। ਉਹ ਬੜਾ ਵੱਡਾ ਹੈ ਮਾਲਕ परमात्मा, ਉਹਦਾ ਡਰ ਧਾਰ ਮਨ ਦੇ ਵਿੱਚ। ਕਿ ਉਹ ਬੇਨਿਆਜ਼ ਅਸਤ, ਉਹ ਜਿਹੜਾ ਮਾਲਕ परमात्मा ਨਾ, ਨਿਆਜ਼ ਕਹਿੰਦੇ ਨੇ ਭੇਟਾ, ਭੇਟਾ ਤੋਂ ਭਾਵ ਲਿਆ ਜਾਂਦਾ ਰਿਸ਼ਵਤ। ਜੇ ਤੂੰ ਕਵੇਂ ਕਿ ਮੈਂ परमात्मा ਨੂੰ ਰਿਸ਼ਵਤ ਦੇ ਦਿਆਂ, ਮਹਾਰਾਜ ਕਹਿੰਦੇ ਉਹ ਕਿਸੇ ਦੀ ਰਿਸ਼ਵਤ ਨਹੀਂ ਲੈਂਦਾ, ਉਹ ਵੱਡੀ ਨਹੀਂ ਲੈਂਦਾ, ਰਿਸ਼ਵਤ ਤੋਂ ਰਹਿਤ ਹੈ। ਉਹ ਬੇਸੁਪਾਸ, ਸੁਪਾਸ ਕਹਿੰਦੇ ਨੇ ਸਿਫਾਰਿਸ਼, ਤੇ परमात्मा ਕਿਸੇ ਦੀ ਸਿਫਾਰਿਸ਼ ਵੀ ਨਹੀਂ ਸੁਣਦਾ ਵੀ ਫਲਾਣੇ ਬੰਦੇ ਦੀ ਉਹਦੇ ਕੋਲ ਸਿਫਾਰਿਸ਼ ਕਰ ਦਿਓ ਤੇ ਉਹਦੀ ਦਰਗਾਹ ਦੇ ਵਿੱਚ ਕਬੂਲ ਹੋ ਜਾਏਗਾ। ਮਹਾਰਾਜ ਕਹਿੰਦੇ ਨਹੀਂ, ਜਿਹੜਾ ਖੁਦਾ ਹੈ ਉਹ ਕਿਸੇ ਦੀ ਸਿਫਾਰਿਸ਼ ਨਹੀਂ ਸੁਣਦਾ। ਆਪਾਂ ਬਾਣੀ ਵਿੱਚ ਪੜ੍ਹਦੇ ਹਾਂ ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਆਸਾ ਕੀ ਵਾਰ ਦੇ ਵਿੱਚ, ਨਾਨਕ ਜੀ ਉਪਾਏ ਕੈ ਲਿਖਨਾਵੇ ਧਰਮ ਬਹਾਲਿਆ, ਉਥੈ ਸੱਚੇ ਹੀ ਸੱਚ ਨਿਬੜੈ, ਚੁਣ ਵਖ ਕੱਢੇ ਜਜਮਾਲਿਆ, ਥਾਉ ਨ ਪਾਇਨ ਕੂੜਿਆਰ, ਮੋਹ ਕਾਲੈ ਦੋਜਕ ਚਾਲਿਆ, ਤੇਰੇ ਨਾਏ ਰਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖਨਾਵੇ ਧਰਮ ਬਹਾਲਿਆ, ਉਥੈ ਸੱਚੇ ਹੀ ਸੱਚ ਨਿਬੜੈ। औरंगजेब
ਉੱਥੇ ਰੱਬੀ ਦਰਗਾਹ ਦੇ ਵਿੱਚ ਸੱਚ ਦਾ ਨਿਬੇੜਾ ਹੋਣਾ ਹੈ। ਤੇ ਜਿਹੜੇ ਕੁਕਰਮੀ ਨੇ ਚੁਣਵੱਖ ਕੱਢੇ ਜਜਮਾਲਿਆ, ਉਹਨਾਂ ਕੁਕਰਮੀਆਂ ਨੂੰ ਚੁਣ ਕੇ ਵੱਖਰਿਆਂ ਕਰਕੇ ਕੱਢ ਦਿੱਤਾ ਜਾਂਦਾ ਹੈ। ਪਰਮਾਤਮਾ ਨਾ ਕਿਸੇ ਦੀ ਸਿਫਾਰਿਸ਼ ਸੁਣਦਾ ਹੈ, ਨਾ ਉਹ ਕਿਸੇ ਦੀ ਰਿਸ਼ਵਤ ਲੈਂਦਾ ਹੈ। ਬੇਨਿਆਜ਼ ਦਾ ਅਰਥ ਵਿਦਵਾਨ ਬੇਪਰਵਾਹ ਵੀ ਕਰਦੇ ਨੇ ਕਿ ਉਹ ਬੇਨਿਆਜ਼ ਅਸਤ, ਪਰਮਾਤਮਾ ਬੇਪਰਵਾਹ ਹੈ, ਕਿਸੇ ਦੀ ਸਿਫਾਰਿਸ਼ ਨਹੀਂ ਸੁਣਦਾ ਮਾਲਕ ਵਾਹਿਗੁਰੂ। ਕਿ ਉਹ ਬੇਮੁਹਾਬਸਤ ਸ਼ਾਹਾਨ ਸ਼ਾਹ, ਜ਼ਮੀਨੋ ਜ਼ਮਾਂ ਸੱਚੇ ਪਾਤਸ਼ਾਹ। ਐ ਔਰੰਗਜ਼ੇਬ ਕੇ ਮੈਨੇ ਜੋ, ਉਹ ਮੈਨੇ ਉਹ, ਬੇ ਮੈਨੇ ਰਹਿਤ, ਮੁਹਾਬ ਦਾ ਹੁੰਦਾ ਖੌਫ ਡਰ, ਅਸਤ ਮੈਨੇ ਹੈ। ਮੁਹਾਬਸਤ ਇਕੱਠਾ ਵਿੱਚੋਂ ਐੜਾ ਨਿਕਲੇਗਾ, ਮੁਹਾਬ ਅਸਤ। ਫਾਰਸੀ ਦੇ ਵਿੱਚ ਐੜਾ ਲੁਪਤ ਹੋ ਜਾਂਦਾ ਹੈ। ਬਹੁਤ ਸਾਰੇ ਹੋਰ ਵੀ ਸ਼ਬਦ ਨੇ, ਉਹਨਾਂ ਦੇ ਵਿੱਚ ਐੜਾ ਲੁਪਤ ਬੋਲਿਆ ਜਾਂਦਾ ਹੈ, ਜਿਵੇਂ ਨਿਵਾਜ਼ਸਤ, ਨਿਵਾਜ਼ ਅਸਤ, ਹੋਰ ਵੀ ਬਹੁਤ ਸਾਰੇ ਸ਼ਬਦ ਨੇ। ਤੋ ਪਰਮਾਤਮਾ ਜਿਹੜਾ ਹੈ ਔਰੰਗਜ਼ੇਬ, ਉਹ ਖੌਫ ਡਰ ਤੋਂ ਰਹਿਤ ਹੈ। ਭਾਵ ਪਰਮਾਤਮਾ ਨਿਰਭਉ ਹੈ। ਸ਼ਾਹਾਨ ਸ਼ਾਹ, ਉਹ ਵੱਡੇ ਵੱਡੇ ਸ਼ਾਹਾਂ ਦਾ ਸ਼ਾਹ ਹੈ ਪਰਮਾਤਮਾ। ਜ਼ਮੀਨੋ ਜ਼ਮਾਂ, ਜ਼ਮੀਨੋ ਇਸ ਜ਼ਮੀਨ ਧਰਤੀ ਦਾ, ਤੇ ਜ਼ਮਾਂ ਆਕਾਸ਼ ਦਾ, ਉਹ ਧਰਤੀ ਤੇ ਆਕਾਸ਼ ਦਾ ਸੱਚਾ ਪਾਤਸ਼ਾਹ ਹੈ ਪਰਮੇਸ਼ਰ ਖੁਦਾ। ਉਹਦਾ ਤੂੰ ਖੌਫ ਕਰ ਹਿਰਦੇ ਵਿੱਚ, ਉਹਦਾ ਡਰ ਧਾਰ, ਉਹਨੂੰ ਚੇਤੇ ਕਰ ਐ ਔਰੰਗਜ਼ੇਬ। ਅੱਗੇ ਮਹਾਰਾਜ ਲਿਖਦੇ ਨੇ, ਖੁਦਾਵੰਦ ਏਜ਼ਦ ਜ਼ਮੀਨੋ ਜ਼ਮਾਨ, ਕੁਨਿੰਦਸਤ ਹਰ ਕਸ ਮਕੀਨੋ ਮਕਾਨ। ਖੁਦਾਵੰਦ ਮੈਨੇ ਮਾਲਕ, ਏਜ਼ਦ ਮੈਨੇ ਪਰਮਾਤਮਾ, ਜ਼ਮੀਨੋ ਧਰਤੀ ਤੇ ਜ਼ਮਾਨ ਆਕਾਸ਼। ਔਰੰਗਜ਼ੇਬ ਉਹ ਖੁਦਾ ਪਰਮਾਤਮਾ ਧਰਤੀ ਤੇ ਆਕਾਸ਼ ਦਾ ਮਾਲਕ ਹੈ। ਕੁਨਿੰਦਸਤ, ਕੁਨਿੰਦਸਤ ਮੈਨੇ ਕਰਨ ਵਾਲਾ ਹੈ। ਹਰ ਕਸ, ਹਰ ਕਿਸੇ ਨੂੰ, ਜਿਹੜੇ ਵੀ ਇੱਥੇ ਸੰਸਾਰ ਵਿੱਚ ਦੇਖਦੇ ਆ, ਉਹਨਾਂ ਸਾਰਿਆਂ ਨੂੰ ਉਤਪੰਨ ਕਰਨ ਵਾਲਾ, ਪੈਦਾ ਕਰਨ ਵਾਲਾ ਉਹ ਖੁਦਾ ਹੈ। ਮਕੀਨੋ ਮਕਾਨ, ਇਸੇ ਤਰ੍ਹਾਂ ਜਿਹੜੇ ਮਕਾਨ ਨੇ ਜਾਂ ਮਕਾਨਾਂ ਵਿੱਚ ਰਹਿਣ ਵਾਲੇ ਜੀਵ ਨੇ, ਮਹਾਰਾਜ ਕਹਿੰਦੇ ਨੇ ਉਹਨਾਂ ਸਾਰਿਆਂ ਨੂੰ ਉਤਪੰਨ ਪਰਮਾਤਮਾ ਕਰਦਾ ਹੈ, ਖੁਦਾ ਕਰਦਾ ਹੈ। ਹਮ ਅਜ਼ ਪੀਰ ਮੋਰੋ ਹਮਜ਼ ਫੀਲ ਤਨ, ਕਿ ਆਜ਼ਿਜ਼ ਨਿਵਾਜ਼ਸਤ ਗਾਫਲ ਸ਼ਿਕਨ। ਹਮ ਮੈਨੇ ਪੁਨः ਫਿਰ, ਪੀਰ ਭਾਵ ਬ੍ਰਿਧ, ਬ੍ਰਿਧ ਤੋਂ ਭਾਵ ਕਮਜ਼ੋਰ, ਮੋਰੋ ਮੈਨੇ ਕੀੜੀ। ਮਹਾਰਾਜ ਕਹਿੰਦੇ ਨਿੱਕੀ ਜਿਹੜੀ ਕਮਜ਼ੋਰ ਕੀੜੀ ਹੈ ਨਾ, ਛੋਟੇ ਤੋਂ ਛੋਟੇ ਜੀਵ ਤੋਂ ਲੈ ਕੇ ਫੀਲ ਤਨ, ਫੀਲ ਹਾਥੀ ਨੂੰ ਕਹਿੰਦੇ, ਹਾਥੀ ਵਰਗਾ ਵੱਡਾ ਸਰੀਰ, ਭਾਵ ਹਾਥੀ ਵੱਡਾ ਹੈ, ਕੀੜੀ ਛੋਟੀ ਹੈ। ਭਾਵ ਇਹ ਹੈ ਕਿ ਪਰਮਾਤਮਾ ਖੁਦਾ ਛੋਟੇ ਤੋਂ ਛੋਟੇ ਜੀਵ ਤੋਂ ਲੈ ਕੇ ਵੱਡੇ ਤੋਂ ਵੱਡੇ ਆਕਾਰ ਵਾਲੇ ਜੀਵਾਂ ਨੂੰ ਬਣਾਉਣ ਵਾਲਾ ਹੈ। ਕਿ ਆਜ਼ਿਜ਼ ਨਿਵਾਜ਼ਸਤ, ਜੋ ਮਾਲਕ ਹੈ ਨਾ, ਆਜ਼ਿਜ਼ ਗਰੀਬ ਨੇ ਜਿਹੜੇ, ਨਿਵਾਜ਼ ਅਸਤ ਉਹਨਾਂ ਗਰੀਬਾਂ ਨੂੰ ਨਿਵਾਜਣ ਵਾਲਾ ਹੈ, ਗਰੀਬਾਂ ਨੂੰ ਵਡਿਆਉਣ ਵਾਲਾ ਹੈ। ਗਾਫਲ ਸ਼ਿਕਨ, ਜਿਹੜੇ ਗਾਫਲ ਹੰਕਾਰੀ ਨੇ, ਉਹਨਾਂ ਵੱਡਿਆਂ ਵੱਡਿਆਂ ਹੰਕਾਰੀਆਂ ਨੂੰ ਪਰਮਾਤਮਾ ਸ਼ਿਕੰਦਰ ਦਾ ਤੋੜ ਦਿੰਦਾ ਹੈ। ਵੱਡੇ ਵੱਡੇ ਹੰਕਾਰੀਆਂ ਨੂੰ ਉਹ ਖਤਮ ਕਰ ਦਿੰਦਾ ਹੈ, ਮਾਲਕ ਨਾਸ਼ ਕਰ ਦਿੰਦਾ ਹੈ। ਕਿ ਓਰਾ ਚੋ ਇਸਮ ਅਸਤ ਆਜ਼ਿਜ਼ ਨਿਵਾਜ਼, ਕਿ ਓ ਬੇ ਸੁਪਾਸਸਤ ਓ ਬੇ ਨਿਆਜ਼। ਕਿ ਮੈਨੇ ਜੋ, ਓਰਾ ਮੈਨੇ ਉਹ, ਚੋ ਮੈਨੇ ਦਾ, ਇਸਮ ਮੈਨੇ ਨਾਮ, ਅਸਤ ਮੈਨੇ ਹੈ। ਜੋ ਮਾਲਕ ਹੈ ਨਾ, ਉਹਦਾ ਨਾਮ ਹੈ ਕਿ ਆਜ਼ਿਜ਼ ਨਿਵਾਜ਼, ਗਰੀਬ। ਆਜ਼ਿਜ਼ ਮੈਨੇ ਗਰੀਬ, ਨਿਵਾਜ਼ ਮੈਨੇ ਨਿਵਾਜਣਾ। ਉਸ ਮਾਲਕ ਦਾ ਨਾਮ ਗਰੀਬ ਨਿਵਾਜ਼ ਹੈ। ਉਹਨੂੰ ਦੀਨਾ ਬੰਧੂ ਕਹਿੰਦੇ ਨੇ। ਔਰੰਗਜ਼ੇਬ ਸੁਣ ਧਿਆਨ ਦੇ ਨਾਲ, ਕਿ ਉਹ ਬੇਸੁਪਾਸ ਅਸਤ, ਸੁਪਾਸ ਕਹਿੰਦੇ ਨੇ ਸਿਫਾਰਸ਼, ਉਹ ਸਿਫਾਰਸ਼ ਤੋਂ ਰਹਿਤ ਹੈ ਅਥਵਾ ਉਹ ਸਿਫਤ ਤੋਂ ਵੀ ਰਹਿਤ ਹੈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਜੇ ਸਾਰੇ ਮਿਲ ਕੇ ਉਹਨੂੰ ਆਖੀ ਜਾਣ ਤੇ ਉਹਨੇ ਵੱਡੇ ਨਹੀਂ ਹੋ ਜਾਣਾ ਕਿਸੇ ਦੇ ਕਹਿਣ ਦੇ ਨਾਲ, ਤੇ ਕੋਈ ਉਹਨੂੰ ਨਿੱਕਾ ਘੱਟ ਕਹੀ ਜਾਏ ਤੇ ਉਹਨੇ ਘੱਟ ਨਹੀਂ ਜਾਣਾ। ਜੈਸਾ ਹੈ ਉਹ ਵੈਸਾ ਹੀ ਰਹੇਗਾ।
हाँ इन्ना जरूर है कि सिफती सच समयो, ਜਿਹੜੇ ਉਹਦੀ ਸਿਫਤ ਕਰਦੇ ਨੇ ਉਹ ਸੱਚੇ ਪਰਮਾਤਮਾ ਵਿੱਚ ਸਮਾ ਜਾਂਦੇ ਨੇ, ਲੀਨ ਹੋ ਜਾਂਦੇ ਨੇ। ਔਰੰਗਜ਼ੇਬ ਉਸ ਮਾਲਕ ਦਾ ਨਾਮ ਗਰੀਬ ਨਿਵਾਜ਼ ਹੈ। ਉਹ ਸਿਫਤ ਤੋਂ ਸਿਫਾਰਿਸ਼ ਤੋਂ ਰਹਿਤ ਹੈ। ਉਹ ਬੇਨਿਆਜ਼ ਤੇ ਉਹ ਰਿਸ਼ਵਤ ਵੀ ਕਿਸੇ ਦੀ ਨਹੀਂ ਲੈਂਦਾ, ਅਥਵਾ ਬੇਨਿਆਜ਼ ਪਰਮਾਤਮਾ ਖੁਦਾ ਬੇਪਰਵਾਹ ਹੈ। ਕਿ ਉਹ ਬੇਨਗੂਨ ਅਸਤ ਵਾ ਉਹ ਬੇਚਗੂ, ਕਿ ਉਹ ਰਹਿਨੁਮਾ ਅਸਤ ਉਹ ਰਹਿਨਮੂ। ਔਰੰਗਜ਼ੇਬ ਬੇਨਗੂਨ ਅਸਤ, ਨਗੂਨ ਕਹਿੰਦੇ ਨੇ ਰੰਗ, ਪਰਮਾਤਮਾ ਰੰਗਾਂ ਤੋਂ ਰਹਿਤ ਹੈ, ਉਹ ਰੰਗ ਰਹਿਤ ਹੈ। ਜਿਵੇਂ ਮਨੁੱਖੀ ਸਰੀਰ ਹੋਵੇ, ਕੋਈ ਸਾਂਵਲਾ ਹੈ, ਕੋਈ ਕਾਲਾ ਹੈ, ਕੋਈ ਕਣਕ ਵੰਨਾ, ਕੋਈ ਗੋਰਾ। ਸਰੀਰ ਦੇ ਉੱਪਰ ਮਨੁੱਖ ਲਿਬਾਸ ਵੀ ਤਰ੍ਹਾਂ ਤਰ੍ਹਾਂ ਦੇ ਪਹਿਨਦਾ ਹੈ। ਮਹਾਰਾਜ ਕਹਿੰਦੇ ਪਰਮਾਤਮਾ ਰੰਗ ਤੋਂ ਰਹਿਤ ਹੈ, ਉਹਦਾ ਕੋਈ ਰੰਗ ਨਹੀਂ, ਕੋਈ ਰੂਪ ਨਹੀਂ। ਵਾਹ ਉਹ ਬੇਚਗੂ, ਚਗੂ ਮੈਨੇ ਚਿੰਨ, ਉਹ ਚਿੰਨਾਂ ਤੋਂ ਵੀ ਰਹਿਤ ਹੈ, ਉਹਦਾ ਕੋਈ ਚਿੰਨ ਨਹੀਂ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ। ਉਹ ਐਸਾ ਹੈ ਮਾਲਕ, ਕੋਈ ਰੰਗ ਨਹੀਂ ਉਹਦਾ, ਕੋਈ ਉਹਦਾ ਚਿੰਨ ਨਹੀਂ ਹੈ। ਕਿ ਉਹ ਰਹਿਨੁਮਾ ਅਸਤ, ਔਰੰਗਜ਼ੇਬ ਉਹ ਪਰਮਾਤਮਾ ਰਹਿ ਰਸਤਾ ਨੁਮਾ ਵਿਖਾਉਣ ਵਾਲਾ ਅਸਤ ਹੈ। ਉਹ ਮਾਲਕ ਹੀ ਸੱਚਾ ਰਸਤਾ ਵਿਖਾਉਣ ਵਾਲਾ ਹੈ। ਉਹ ਰਹਿਨਮੂ, ਉਹੀ ਆਗੂ ਹੈ, ਰਸਤੇ ਪਾਉਣ ਵਾਲਾ ਵੀ ਉਹ ਹੈ, ਰਸਤਾ ਵਿਖਾਉਣ ਵਾਲਾ ਵੀ ਉਹ ਹੈ ਪਰਮਾਤਮਾ। ਅਥਵਾ ਰਸਤਾ ਵਿਖਾਉਣ ਵਾਲਾ ਹੈ ਤੇ ਫਿਰ ਰਸਤਾ ਰੂਪ ਵੀ ਉਹ ਆਪ ਹੀ ਹੈ, ਵਾਹਿਗੁਰੂ। ਕਿ ਬਾਰ ਸਰ ਤੁਰਾ ਫਰਜ਼ ਕਸਮੇ ਕੁਰਾਂ, ਬਗੁਫਤਹ ਸ਼ੁਮਾਕਾਰ ਖੂਬੀ ਰਸਾਂ। ਕਿ ਮੈਨੇ ਜੋ, बर मैंने ऊपर, सर मैंने सिर, तुरा मैंने तेरे, फर्ज मैंने पार, कसमें कुरान, कुरान दी कसम। औरंगजेब तेरे सिर उपर कुरान दी कसम दा भार है, ਉਹ ਬਚਨ ਨੂੰ ਪੂਰਾ ਕਰਨ ਦਾ ਭਾਰ ਹੈ ਤੇਰੇ ਸਿਰ ਉੱਪਰ। ਬਗੁਫਤਾ ਸ਼ੁਮਾ ਕਾਰ ਖੂਬੀ ਰਸਾਂ, ਬਗੁਫਤਾ ਮੈਨੇ ਕਹਿਣਾ, ਸ਼ੁਮਾ ਮੈਨੇ ਤੂੰ, ਕਾਰ ਮੈਨੇ ਕੰਮ, ਖੂਬੀ ਮੈਨੇ ਭਲਿਆਈ ਚੰਗਿਆਈ, ਰਸਾਂ ਮੈਨੇ ਪਹੁੰਚਾਂ। ਤੈਨੂੰ ਚਾਹੀਦਾ ਹੈ ਕਿ ਇਸ ਕੰਮ ਨੂੰ ਕਰਨ ਵਿੱਚ ਮੈਂ ਖੂਬੀ ਨਾਲ ਪਹੁੰਚਾਂ। ਭਾਵ ਵੀ ਆਪਣੇ ਕੀਤੇ ਬਚਨ ਨੂੰ ਖੂਬੀ ਨਾਲ ਸਫਲ ਕਰਾਂ। ਤੂੰ ਆਪਣੇ ਕੀਤੇ ਬਚਨ ਨੂੰ ਖੂਬੀ ਨਾਲ ਸਫਲ ਕਰ, ਇਸ ਬਚਨ ਨੂੰ ਨਿਭਾ। ਜਿਹੜੀ ਤੂੰ ਕਸਮ ਖਾਧੀ ਹੈ ਉਹ ਕਸਮ ਨੂੰ ਤੂੰ ਪੂਰਾ ਕਰ। ਅਸੀਂ ਤੈਨੂੰ ਲਿਖ ਰਹੇ ਹਾਂ, ਆ ਤੂੰ ਦੀਨੇ ਸਾਡੇ ਕੋ ਆਪਣੀ ਕਸਮ ਦਾ ਭਾਰ ਉਤਾਰ। ਅੱਗੇ ਮਹਾਰਾਜ ਲਿਖਦੇ ਨੇ, ਬਾਬਾਇਦ ਤੋ ਦਾਨਸ਼ ਪਰਸਤੀ ਕੁਨੀ, ਬਾਕਾਰੇ ਸ਼ੁਮਾ ਚਿਰਹ ਦਸਤੀ ਕੁਨੀ। ਬਾਬਾਇਦ ਦਾ ਅਰਥ ਹੁੰਦਾ ਚਾਹੀਦਾ ਹੈ। ਤੋ ਮੈਨੇ ਤੈਨੂੰ ਦਾਨਸ਼ ਬੁੱਧੀ ਅਕਲਮੰਦੀ, ਪ੍ਰਸਤੀ ਪਾਲਣਾ ਕੁਨੀ ਮੈਨੇ ਕਰੇ। ਔਰੰਗਜ਼ੇਬ ਤੈਨੂੰ ਚਾਹੀਦਾ ਹੈ ਕਿ ਤੂੰ ਹੁਣ ਅਕਲਮੰਦੀ ਦੀ ਪਾਲਣਾ ਕਰੇ। ਬਾਕਾਰੇ, ਬਾਕਾਰੇ ਸ਼ੁਮਾ ਚੇਰਹ ਦਸਤੀ ਕੁਨੀ, ਚੇਰਹ ਮੈਨੇ ਚਲਾਕੀ, ਦਸਤੀ ਮੈਨੇ ਹੱਥਾਂ, ਕੁਨੀ ਮੈਨੇ ਕਰ। ਤੈਨੂੰ ਇਸ ਕੰਮ ਵਿੱਚ ਹੱਥਾਂ ਦੀ ਚਲਾਕੀ ਕਰਨੀ ਚਾਹੀਦੀ ਹੈ। ਭਾਵ ਆਪਣੀ ਅਕਲਮੰਦੀ ਨਾਲ ਸੋਚ ਕੇ, ਬੁੱਧੀ ਨਾਲ ਸੋਚ ਕੇ ਤੂੰ ਹੱਥਾਂ ਨਾਲ ਪੱਤਰਕਾ ਲਿਖ ਕੇ ਛੇਤੀ ਜਵਾਬ ਦੇ, ਉੱਤਰ ਦੇ। ਜਿਹੜੀਆਂ ਜਿਹੜੀਆਂ ਗੱਲਾਂ ਮੈਂ ਤੈਨੂੰ ਕਹੀਆਂ ਨੇ ਇਹਨਾਂ ਦਾ ਜਵਾਬ ਮੈਨੂੰ ਚਾਹੀਦਾ ਹੈ। ਅੱਗੇ ਮਹਾਰਾਜ ਲਿਖਦੇ ਨੇ, ਚੇਹਾ ਸ਼ੁੱਧ ਕੇਚੂ ਬੱਚਗਾ ਕੁਸ਼ਤਹ ਚਾਰ, ਕੇ ਬਾਕੀ ਬਿਮਾਂ ਦਸਤ ਪੇਚੀਦਾ ਮਾਰ। ਚਿਹਾ ਮੈਨੇ ਕੀ, ਸ਼ੁੱਧ ਮੈਨੇ ਹੋਇਆ, ਕੇ ਮੈਨੇ ਜੋ, ਚੂ ਮੈਨੇ ਜਦ, ਬਚਗਾ ਮੈਨੇ ਬੱਚੇ, ਕੁਸ਼ਤਾ ਮੈਨੇ ਕੋ, ਕੇ ਚਾਰ, ਚਾਰ ਬੱਚੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਐ ਔਰੰਗਜ਼ੇਬ ਫਿਰ ਕੀ ਹੋਇਆ? ਤੂੰ ਮੇਰੇ ਚਾਰ ਪੁੱਤਰ ਕੋਹ ਕਰਕੇ ਮਾਰ ਦਿੱਤੇ ਨੇ, ਤਾਂ ਕੀ ਹੋ ਗਿਆ? ਕਿ ਬਾਕੀ ਬਿਮਾ ਦਸਤ, ਕਿ ਮੈਨੇ ਜੋ ਬਾਕੀ ਪਿੱਛੇ ਬਿਮਾ ਦਸਤ ਰਿਹਾ ਹੈ, ਜੋ ਪਿੱਛੇ ਬਚਿਆ ਹੈ। ਪੇਚੀਦਾ ਮਾਰ, ਮਾਰ ਮੈਨੇ ਸੱਪ। ਕਹਿੰਦੇ ਜੋ ਪਿੱਛੇ ਬਚ ਗਿਆ ਨਾ ਖਾਲਸਾ, ਇਹ ਕੁੰਡਲ ਵਾਲਾ ਸੱਪ ਹੈ, ਕੌਡੀਆਂ ਵਾਲਾ। ਜੇ ਤੂੰ ਚਾਰ ਬੱਚੇ ਮੇਰੇ ਕੋਹ ਕੇ ਮਾਰ ਦਿੱਤੇ ਨੇ ਤੇ ਇਹਦੇ ਵਿੱਚ ਕਿਹੜੀ ਵੱਡੀ ਗੱਲ ਹੈ ਔਰੰਗਜ਼ੇਬ?
ਅਜੇ ਜਿਹੜਾ ਖਾਲਸਾ ਬਚਿਆ ਹੈ ਉਹ ਕੁੰਡਲਾਂ ਵਾਲਾ ਸੱਪ ਹੈ ਤੇ ਇਸ ਖਾਲਸੇ ਤੋਂ ਤੂੰ ਬਚ ਨਹੀਂ ਸਕਦਾ। ਜਿਹਨੂੰ ਇਹ ਲੜ ਜਾਏ, ਡੰਗ ਮਾਰ ਜਾਏ ਤੇ ਉਹਦੀਆਂ ਤੇ ਕੁਲਾਂ ਨਾਸ਼ ਹੋ ਜਾਂਦੀਆਂ ਨੇ। ਜੇ ਮਰਦੀ ਕੇ ਅਖਗਰ ਖਾਮੋਸ਼ਾ ਕੁਨੀ ਕਿ ਆਤਸ਼ ਦਮਾਰਾ ਬਦੌਰਾ ਕੁਨੀ। ਚੇ ਮਰਦੀ, ਚੇ ਮੈਨੇ ਕਾਹਦੀ ਮਰਦੀ, ਮੈਨੇ ਮਰਦਾਨਗੀ। ਔਰੰਗਜ਼ੇਬ ਇਹਦੇ ਵਿੱਚ ਕਾਹਦੀ ਮਰਦਾਨਗੀ ਤੂੰ ਕਰ ਲਈ ਕਿ ਅਖਗਰ ਖਾਮੋਸ਼ਾ ਕੁਨੀ। ਅਖਗਰ ਮੈਨੇ ਅੰਗਿਆਰ, ਖਾਮੋਸ਼ਾ ਮੈਨੇ ਬੁਝਾਉਣਾ, ਕੁਨੀ ਮੈਨੇ ਕਰ ਦਿੱਤੇ। ਔਰੰਗਜ਼ੇਬ ਜੇ ਤੂੰ ਅੰਗਿਆਰ ਬੁਝਾ ਦਿੱਤੇ ਨੇ, ਜੇ 4 ਚੰਗਿਆੜੀਆਂ ਬੁਝਾ ਦਿੱਤੀਆਂ ਨੇ, ਇਹਦੇ ਵਿੱਚ ਕਾਹਦੀ ਮਰਦਾਨਗੀ ਹੈ, ਕਾਹਦੀ ਸੂਰਮਤਾ, ਕਾਹਦੀ ਬਹਾਦਰੀ ਹੈ। 4 ਚੰਗਿਆੜੀਆਂ ਨੂੰ ਬੁਝਾ ਕੇ ਤੂੰ ਬਹਾਦਰ ਸਮਝਦਾ ਹੈ। ਸੁਣ ਕਿ ਆਤਸ਼ ਦਮਾਰਾ ਬਦੌਰਾ ਕੁਨੀ। ਆਤਸ਼ ਮੈਨੇ ਅੱਗ, ਦਮਾਰਾ ਦਾ ਅਰਥ ਹੁੰਦਾ ਪ੍ਰਚੰਡ, ਪ੍ਰਜਵਲਿਤ ਕਰਨੀ। ਬਦੌਰਾ ਮੈਨੇ ਚਾਰੇ ਪਾਸੇ ਕੁਨੀ ਮੈਨੇ ਕਰੀ। ਔਰੰਗਜ਼ੇਬ ਤੂੰ ਆਪਣੇ ਚਾਰੇ ਪਾਸੇ ਅੱਗ ਦੇ ਭਾਂਬੜ ਬਾਲ ਲਏ ਨੇ। ਇਹ ਖਾਲਸਾ ਤੈਨੂੰ ਕਦੀ ਬਖਸ਼ੇਗਾ ਨਹੀਂ। 4 ਅੱਗ ਦੀਆਂ ਚੰਗਿਆੜੀਆਂ ਬੁਝਾ ਕੇ ਤੂੰ ਮਰਦ ਬਹਾਦਰ ਕਹਾਉਣਾ ਹੈ ਆਪਣੇ ਆਪ ਨੂੰ। ਤੂੰ ਇਹ 4 ਚੰਗਿਆੜੀਆਂ ਬੁਝਾਈਆਂ ਨਹੀਂ। ਇਹਦਾ ਉਲਟਾ ਅਸਰ ਇਹ ਹੋਇਆ ਕਿ ਤੂੰ ਆਪਣੇ ਚਾਰੇ ਪਾਸੇ ਅੱਗ ਦੇ ਭਾਂਬੜ ਬਾਲ ਲਏ ਨੇ। ਮਹਾਰਾਜ ਸੱਚੇ ਪਾਤਸ਼ਾਹ ਔਰੰਗਜ਼ੇਬ ਨੂੰ ਲਿਖ ਰਹੇ ਨੇ, ਜੇ ਖੁਸ਼ ਗੁਫਤ ਫਿਰਦੌਸੀਏ ਖੁਸ਼ ਜ਼ੁਬਾਨ ਸ਼ਿਤਾਬੀ ਬਵਦਕਾਰ ਆਹਰ ਮਨਾ। ਹੋਰ ਸੁਣ ਔਰੰਗਜ਼ੇਬ, ਚੇ ਮੈਨੇ ਜੋ ਖੁਸ਼ ਗੁਫਤ, ਖੁਸ਼ ਮੈਨੇ ਚੰਗਾ, ਗੁਫਤ ਮੈਨੇ ਕਿਹਾ, ਜੋ ਚੰਗਾ ਕਿਹਾ ਹੈ। ਫਿਰਦੌਸੀਏ, ਫਿਰਦੌਸੀ ਨੇ ਖੁਸ਼ ਜ਼ੁਬਾਨ, ਚੰਗੀ ਜ਼ੁਬਾਨ ਨਾਲ। ਮਹਾਰਾਜ ਕਹਿੰਦੇ ਫਿਰਦੌਸੀਏ ਨੇ ਚੰਗੀ ਜ਼ੁਬਾਨ ਨਾਲ ਇੱਕ ਚੰਗਾ ਬਚਨ ਕਿਹਾ ਹੈ। ਕੀ ਕਿਹਾ ਫਿਰਦੌਸੀਏ ਨੇ? ਸ਼ਿਤਾਬੀ ਬਵਦ, ਜਿਹੜੇ ਸ਼ਿਤਾਬੀ ਛੇਤੀ ਕਾਹਲੀ ਦੇ ਨਾਲ ਬਵਦ ਕਰਦੇ ਨੇ, ਕਾਰਮੇ ਨੇ ਕੰਮ, ਆਹਰ ਮਨਾ ਕਹਿੰਦੇ ਉਹ ਭੂਤਨੇ ਨੇ। ਛੇਤੀ ਦੇ ਨਾਲ, ਕਾਹਲੀ ਦੇ ਨਾਲ ਕੰਮ ਕਰਨਾ ਕਹਿੰਦੇ ਸ਼ੈਤਾਨਾਂ ਦਾ ਕੰਮ ਹੁੰਦਾ ਹੈ। ਮਹਾਰਾਜ ਕਹਿੰਦੇ ਇਹ ਫਿਰਦੌਸੀਏ ਨੇ ਕਿਹਾ ਹੈ। ਜਿਹੜਾ ਫਿਰਦੌਸੀ ਹੈ ਇੱਕ ਫਾਰਸੀ ਦਾ ਬੜਾ ਵੱਡਾ ਕਵੀ ਹੋਇਆ ਹੈ। ਮਹਿਮੂਦ ਗਜ਼ਨਵੀ ਦਾ ਇਹ ਦਰਬਾਰੀ ਕਵੀ ਸੀ। ਇੱਕ ਸਮਾਂ ਆਇਆ ਇਸ ਕਵੀ ਫਿਰਦੌਸੀਏ ਨੇ ਮਹਿਮੂਦ ਗਜ਼ਨਵੀ ਨੂੰ ਫਾਰਸੀ ਵਿੱਚ ਕੁਝ ਬੈਂਤ ਸੁਣਾਏ ਤੇ ਮਹਿਮੂਦ ਗਜ਼ਨਵੀ ਸੁਣ ਕਰਕੇ ਖੁਸ਼ ਹੋਇਆ ਤੇ ਫਿਰਦੌਸੀਏ ਨੂੰ ਕਹਿਣ ਲੱਗਾ ਵੀ ਤੂੰ ਹੋਰ ਬੈਂਤ ਲਿਖ, ਇੱਕ ਬੈਂਤ ਦਾ ਤੈਨੂੰ ਇੱਕ ਮੋਹਰ ਦਿੱਤੀ ਜਾਏਗੀ, ਇੱਕ ਬੈਂਤ ਲਿਖੇਗਾ ਇੱਕ ਮੋਹਰ ਮਿਲੇਗੀ। ਫਿਰਦੌਸੀਏ ਨੇ ਉਸ ਵਕਤ 60,000 ਬੈਂਤ ਲਿਖੇ। ਜਦੋਂ 60,000 ਬੈਂਤ ਫਿਰਦੌਸੀਏ ਨੇ ਲਿਖੇ, ਹੁਣ 60,000 ਮੋਹਰਾਂ ਬਣਦੀਆਂ ਸੀ। ਜਿਹੜੇ ਇਹਦੇ ਖਜ਼ਾਨਚੀ ਸਨ ਮਹਿਮੂਦ ਗਜ਼ਨਵੀ ਦੇ, ਉਹ ਕਹਿਣ ਲੱਗੇ ਐ ਮਹਿਮੂਦ ਗਜ਼ਨਵੀ, ਜੇ 60,000 ਮੋਹਰਾਂ ਆਪਾਂ ਇਸ ਕਵੀ ਨੂੰ ਦੇ ਦਿੱਤੀਆਂ ਤੇ ਖਜ਼ਾਨਾ ਆਪਣਾ ਖਾਲੀ ਹੋ ਜਾਣਾ ਹੈ। ਤੂੰ ਏਦਾਂ ਕਰ ਵੀ ਰੁਪਈਏ ਹੀ ਦੇ ਦੇ, ਰੁਪਈਏ ਵੀ ਮੋਹਰਾਂ ਹੀ ਨੇ, 60,000 ਰੁਪਈਏ ਗਿਣ ਕੇ ਦੇ ਦੇ। ਤੋ 60,000 ਰੁਪਈਏ ਖਜ਼ਾਨੇ ਵਿੱਚੋਂ ਕੱਢ ਲਿਆਏ। ਜਦੋਂ ਫਿਰਦੌਸੀ ਕਵੀ ਨੂੰ ਦੇਣ ਲੱਗੇ ਤੇ ਕਵੀ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਕਹਿਣ ਲੱਗਾ ਮਹਿਮੂਦ ਗਜ਼ਨਵੀ, ਤੂੰ ਆਪ ਬਚਨ ਕੀਤਾ ਸੀ ਕਿ ਇੱਕ ਬੈਂਤ ਦੇ ਬਦਲੇ ਤੈਨੂੰ ਇੱਕ ਮੋਹਰ ਦਿੱਤੀ ਜਾਏਗੀ, ਤੇ ਹੁਣ ਰੁਪਈਏ ਦੇ ਰਿਹਾ। ਮੈਨੂੰ 60,000 ਮੋਹਰਾਂ ਦੇ, ਜਿਹੜਾ ਤੂੰ ਕੌਲ ਕੀਤਾ ਸੀ, ਬਚਨ ਕੀਤਾ ਸੀ। ਮਹਿਮੂਦ ਗਜ਼ਨਵੀ ਕਹਿਣ ਲੱਗਾ ਵੀ ਤੂੰ ਹੁਣ ਮੋਹਰਾਂ ਹੀ, ਇਹਨਾਂ ਰੁਪਈਆਂ ਨੂੰ ਹੀ ਮੋਹਰਾਂ ਸਮਝ ਲੈ। ਤੋ ਉਸ ਵਕਤ ਗੁੱਸੇ ਵਿੱਚ ਜਿਹੜਾ ਫਿਰਦੌਸੀ ਕਵੀ ਸੀ ਉਹਨੇ ਇੱਕ ਸ਼ੇਰ ਕਿਹਾ ਸੀ, ਸ਼ਹਿਨਸ਼ਾਹ ਅਵਲ ਬਾ ਮਨ ਕੌਲ ਕਰਦ ਪਸੰਗਾਹੇ ਬਰ ਕੌਲ ਖੁਦ ਬੌਲ ਕਰਦ। ਉਹਨੇ ਕਿਹਾ ਸੀ ਮਹਿਮੂਦ ਗਜ਼ਨਵੀ, ਤੂੰ ਆਪ ਮੇਰੇ ਨਾਲ ਕੌਲ ਕੀਤਾ, ਬਚਨ ਕੀਤਾ ਵੀ ਇੱਕ ਬੈਂਤ ਦਾ ਉਹਦੇ ਬਦਲੇ ਇੱਕ ਮੋਹਰ ਦਿੱਤੀ ਜਾਏਗੀ, ਪਰ ਤੂੰ ਆਪ ਹੀ ਬਚਨ ਕਰਕੇ ਉਹਦੇ ਉੱਪਰ ਬੌਲ ਕਰਦ, ਬੌਲ ਕਹਿੰਦੇ ਪਿਸ਼ਾਬ, ਕਹਿੰਦੇ ਤੂੰ ਆਪ ਹੀ ਉਹ ਬਚਨ ਕਰਕੇ ਉਹਦੇ ਤੇ ਪਿਸ਼ਾਬ ਕਰ ਦਿੱਤਾ, ਮੁੱਕਰ ਗਿਆ। ਇੰਨੀ ਗੱਲ ਕਹਿ ਕੇ ਜਿਹੜਾ ਫਿਰਦੌਸੀ ਕਵੀ ਸੀ ਮਹਿਮੂਦ ਗਜ਼ਨਵੀ ਦੇ, ਉਹਦੇ ਦਰਬਾਰ ਦੇ ਵਿੱਚੋਂ ਚਲਿਆ ਗਿਆ ਆਪਣੇ ਅਸਥਾਨ ਤੂਸ ਵਿੱਚ। ਉਸ ਤੋਂ ਬਾਅਦ
ਪਸ਼ਚਾਤਾਪ ਤਾਂ ਬੜਾ ਹੋਇਆ ਮਹਿਮੂਦ ਗਜ਼ਨਵੀ ਨੂੰ, ਤੇ ਉਹਨੇ ਫਿਰ 60,000 ਮੋਹਰਾਂ ਭੇਜੀਆਂ ਸੀ ਵੀ ਕਵੀ ਰੁੱਸ ਗਿਆ ਹੈ ਆਪਣੇ ਦਰਬਾਰੀਆਂ ਦੇ ਹੱਥ। 60,000 ਮੋਹਰਾਂ ਲੈ ਕੇ ਉਹਦੇ ਦਰਬਾਰੀ ਫਿਰਦੌਸ਼ੀਏ ਦੇ ਜਦੋਂ ਕੋਲ ਗਏ, ਇੱਕ ਦਰਵਾਜ਼ੇ ਰਾਹੀਂ ਜਦੋਂ ਉਹ ਅੰਦਰ ਵੜੇ ਤੇ ਦੂਜੇ ਦਰਵਾਜ਼ੇ ਰਾਹੀਂ ਫਿਰਦੌਸ਼ੀਏ ਦਾ ਜਨਾਜ਼ਾ ਨਿਕਲ ਰਿਹਾ ਸੀ, ਉਹ ਮਰ ਗਿਆ ਸੀ। ਫਿਰਦੌਸ਼ੀਏ ਦੀ ਜਿਹੜੀ ਪੁੱਤਰੀ ਸੀ ਉਹਨੂੰ ਜਦੋਂ 60,000 ਮੋਹਰਾਂ ਦੇਣ ਲੱਗੇ, ਉਹਨੇ ਇਨਕਾਰ ਕਰ ਦਿੱਤਾ, ਵਾਪਸ ਮੋੜ ਦਿੱਤਾ। ਅਖੀਰ ਬਹੁਤ ਜ਼ਿਆਦਾ ਕਹਿਣ ਤੇ ਮਹਿਮੂਦ ਗਜ਼ਨਵੀ ਦੇ ਫਿਰ ਉਹ ਫਿਰਦੌਸ਼ੀਏ ਦੀ ਪੁੱਤਰੀ ਨੇ 60,000 ਮੋਹਰਾਂ ਰੱਖ ਲਈਆਂ ਸਨ। ਉਹਦੇ ਨਾਲ ਕੁਝ ਉਹਨੇ ਕੰਮ ਕੀਤੇ ਸਨ ਭਲਿਆਈ ਦੇ। ਇਹੀ ਫਿਰਦੌਸ਼ੀ ਕਵੀ ਸੀ ਜਿਸ ਨੇ 990 ਈਸਵੀ ਦੇ ਵਿੱਚ ਮਹਿਮੂਦ ਗਜ਼ਨਵੀ ਦੀ ਤਵਾਰੀਖ ਲਿਖੀ, ਸ਼ਾਹਨਾਮਾ ਉਹਨੇ ਲਿਖਿਆ ਸੀ। ਤੋ ਉਹ ਜਿਹੜਾ ਫਾਰਸੀ ਦਾ ਕਵੀ ਸੀ, ਉਹਦੀ ਗੱਲ ਮਹਾਰਾਜ ਔਰੰਗਜ਼ੇਬ ਨੂੰ ਕਹਿ ਰਹੇ ਨੇ, ਔਰੰਗਜ਼ੇਬ ਚੇ ਖੁਸ਼ ਗੁਫਤ ਫਿਰਦੌਸ਼ੀਏ ਖੁਸ਼ ਜ਼ੁਬਾਨ ਸ਼ਿਤਾਬੀ ਬਵਦਕਾਰ ਆਹਰ ਮਨਾ। ਮਹਾਰਾਜ ਕਹਿੰਦੇ ਔਰੰਗਜ਼ੇਬ ਜੋ ਫਿਰਦੌਸ਼ੀ ਨਾਮੀ ਕਵੀ ਹੈ ਨਾ, ਉਹਨੇ ਆਪਣੀ ਚੰਗੀ ਜ਼ੁਬਾਨ ਨਾਲ ਇੱਕ ਚੰਗਾ ਬਚਨ ਕਿਹਾ ਹੈ ਵੀ ਜਿਹੜਾ ਆਦਮੀ ਕੰਮ ਵਿੱਚ ਛੇਤੀ ਕਰਦਾ, ਕਾਹਲੀ ਕਰਦਾ ਹੈ, ਕਹਿੰਦੇ ਉਹ ਸ਼ੈਤਾਨ ਹੈ। ਇਸ ਲਈ ਜਿਹੜੇ ਵੀ ਕੰਮ ਨੂੰ ਕਰਨਾ ਸੋਚ ਸਮਝ ਕੇ ਚੰਗੀ ਤਰ੍ਹਾਂ। ਕਾਹਲੀ ਦੌੜਨ ਵਾਲਾ ਪੁਰਸ਼ ਟੋਏ ਵਿੱਚ ਡਿੱਗ ਪੈਂਦਾ ਹੈ। ਕਾਹਲੀ ਕਰਨ ਵਾਲਾ ਭਾਵ ਇਸ਼ਾਰਾ ਹੈ ਸਤਿਗੁਰੂ ਪਾਤਸ਼ਾਹ ਜੀ ਦਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵੱਲ ਕਿ ਔਰੰਗਜ਼ੇਬ ਬੜੀ ਕਾਹਲੀ ਨਾਲ ਤੂੰ ਇਹ ਸਭ ਕੁਝ ਕੀਤਾ ਹੈ, ਤੇ ਇਹ ਸ਼ੈਤਾਨਾਂ ਦਾ ਭੂਤਨਿਆਂ ਦਾ ਕੰਮ ਹੁੰਦਾ ਹੈ, ਕੰਮ ਵਿੱਚ ਕਾਹਲੀ ਕਰਨੀ। ਹੋਰ ਸੁਣ ਔਰੰਗਜ਼ੇਬ ਕਿ ਮਾਂ ਬਾਰ ਗਹਿ ਹਜ਼ਰਤ ਆਇਸ਼ ਸ਼ੁਮਾਮ ਅਜ਼ਾਂ ਰੋਜ਼ ਬਾਸ਼ੀ व शाहिद शुमाम। के माँ के मैंने जो, माँ मने मैं, बार के दर ਹੁੰਦਾ दरगाह हजरत परमात्मा, आयश आया, शुमा मैंने तू। ਮਹਾਰਾਜ ਕਹਿੰਦੇ ਔਰੰਗਜ਼ੇਬ ਦੇਖ ਉਸ ਪਰਮਾਤਮਾ ਦੀ ਹੀ ਦਰਗਾਹ ਵਿੱਚੋਂ ਮੈਂ ਆਇਆ ਹਾਂ, ਉੱਥੋਂ ਹੀ ਤੂੰ ਆਇਆ। ਰੱਬ ਨੇ ਮੈਨੂੰ ਵੀ ਭੇਜਿਆ ਇੱਥੇ ਤੇ ਖੁਦਾ ਨੇ ਤੈਨੂੰ ਵੀ ਇੱਥੇ ਸੰਸਾਰ ਵਿੱਚ ਭੇਜਿਆ ਹੈ। ਅਜ਼ਾਂ ਰੋਜ਼ ਬਾਸ਼ੀ व शाहिद ਸੁਮਾ। ਤੇ ਜੋ ਮਾਲਕ ਤੋਂ ਹੁਕਮ ਲੈ ਕੇ ਆਉਂਦਾ ਹੈ ਬੰਦਾ, ਜੀਵ ਇੱਥੇ ਆਉਂਦਾ ਹੈ ਵੀ ਮੈਂ ਨਾਮ ਜਪਾਂਗਾ ਜਪਾਵਾਂਗਾ, ਤੇ ਉਹ ਕੁਝ ਕਰਦਾ ਨਹੀਂ। ਧਰਮ ਦਾ ਕਾਰਜ ਕਰਾਂਗਾ, ਇਨਸਾਨੀਅਤ ਨੂੰ ਪਾਲਾਂਗਾ, ਉਹ ਬੰਦਾ ਕਰਦਾ ਨਹੀਂ। ਇਹ ਹੁਕਮ ਲੈ ਕੇ ਉਥੋਂ ਸਾਰੇ ਆਉਂਦੇ ਨੇ। ਤੇ ਜਿਸ ਦਿਨ ਰੱਬ ਦੀ ਦਰਗਾਹ ਦੇ ਵਿੱਚ ਆਮਣੇ ਸਾਹਮਣੇ ਹੋਵਾਂਗੇ, ਉਦਣ ਤੂੰ ਆਪਣੇ ਆਪ ਦਾ ਆਪ ਹੀ ਉਗਾ ਹੋਵੇਂਗਾ, ਕਿਉਂਕਿ ਜੋ ਤੂੰ ਪ੍ਰਮਾਤਮਾ ਨਾਲ ਵਾਅਦਾ ਕੀਤਾ ਸੰਸਾਰ ਵਿੱਚ ਆ ਕਰਕੇ ਆਪਣੀ ਮਰਜ਼ੀ ਨਹੀਂ ਕਰਾਂਗਾ, ਧਰਮ ਦੇ ਕੰਮ ਕਰਾਂਗਾ, ਨਾਮ ਜਪਾਂਗੇ ਤੇ ਜਪਾਂਗਾ ਤੇ ਜਪਾਵਾਂਗਾ। ਔਰੰਗਜ਼ੇਬ ਤੂੰ ਸਾਰੀ ਗੱਲ ਇਹ ਤੋਂ ਉਲਟ ਕਰ ਰਿਹਾ ਹੈ। ਵਗਰ ਨਹਿ ਤੋ ਈ ਹਮ ਫਰਾਮੋਸ਼ ਕੁਨਦ ਤੁਰਾ ਹਮ ਫਰਾਮੋਸ਼ ਯਜ਼ਦਾ ਕੁਨਦ। ਵਗਰ ਨਹਿ ਜੇਕਰ, ਤੋ ਮੈਨੇ ਤੂੰ, ਈ ਮੈਨੇ ਇਸ। ਔਰੰਗਜ਼ੇਬ ਜੇ ਤੂੰ ਇਸ ਗੱਲ ਨੂੰ ਭੁੱਲ ਜਾਏਗਾ, ਹਰ ਬੰਦਾ ਪਰਮਾਤਮਾ ਦੇ ਨਾਲ ਕੌਲ ਕਰਕੇ ਆਉਂਦਾ, ਬਚਨ ਕਰਕੇ ਆਉਂਦਾ ਹੈ, ਨਾਮ ਜਪਾਂਗਾ ਜਪਾਵਾਂਗਾ। ਪਰਮਾਤਮਾ ਦੇ ਇਸ ਕੌਲ ਨੂੰ ਜਿਹੜਾ ਤੂੰ ਉੱਥੇ ਕੀਤਾ, ਜੇ ਤੂੰ ਇਸ ਗੱਲ ਨੂੰ ਭੁੱਲ ਜਾਏਗਾ, ਤੁਰਾ ਮੈਨੇ ਤੈਨੂੰ, ਹਮ ਮੈਨੇ ਵੀ, ਫਰਾਮੋਸ਼ ਮੈਨੇ ਭੁਲਾਣਾ, ਯਜ਼ਦਾ ਮੈਨੇ ਖੁਦਾ, ਕੁਨਦ ਮੈਨੇ ਕਰੇਗਾ। ਜੇ ਤੂੰ ਇਸ ਗੱਲ ਨੂੰ ਭੁੱਲ ਜਾਏਗਾ ਤੇ ਪਰਮਾਤਮਾ ਵੀ ਤੈਨੂੰ ਭੁਲਾ ਦੇਵੇਗਾ। ਅਗਰ ਕਾਰ ਈ ਬਰ ਤੋ ਬਸਤੀ ਕਮਰ ਖੁਦਾਵੰਦ ਬਾਸ਼ਦ ਤੁਰਾ ਬਹਿਰਵਰ। ਜੇਕਰ ਇਸ ਇਨਸਾਫ ਦੇ ਕੰਮ ਵਿੱਚ ਤੂੰ ਕਮਰ ਕੱਸਾ ਕਰ ਲਵੇਂ, ਬਸਤੀ ਕਮਰ ਲੱਕ ਬੰਨ ਲਵੇਂ ਕਿ ਇਨਸਾਫ ਦਾ ਕੰਮ ਕਰਨਾ ਹੈ। ਖੁਦਾਵੰਦ ਬਾਸ਼ਦ ਤੁਰਾ, ਖੁਦਾਵੰਦ ਮੈਨੇ ਪਰਮਾਤਮਾ, ਬਾਸ਼ਦ ਹੋਵੇਗਾ ਤੁਰਾ ਮੈਨੇ ਤੇਰੇ ਤੇ, ਪਰਮਾਤਮਾ ਤੇਰੇ ਤੇ ਹੋਵੇਗਾ ਕਿ ਬਹਿਰਵਰ ਉਹ ਫਲ ਬਰਦਾਤਾ ਹੋਵੇਗਾ। ਜੇ ਤੂੰ ਇਨਸਾਫ ਦਾ ਕੰਮ ਕਰੇਗਾ ਤੇ ਪਰਮਾਤਮਾ ਤੈਨੂੰ ਇਹਦਾ ਚੰਗਾ ਫਲ ਦੇਵੇਗਾ। ਕਿ ਈ ਕਾਰ ਨੇਕ ਅਸਤ ਦੀ ਪਰਵਰੀ ਜੋ ਯਜ਼ਦਾ ਸ਼ਨਾਸ਼ੀ ਬਾਜਾਂ ਬਰਤਰੀ। ਕਿ ਮੈਨੇ ਜੋ, ਈ ਮੈਨੇ ਇਹ, ਕਾਰ ਮੈਨੇ ਕੰਮ, ਨੇਕ ਅਸਤ ਚੰਗਾ ਹੈ, ਦੀ ਧਰਮ, ਪਰਵਰੀ ਮੈਨੇ ਪਾਲਣਾ। ਮਹਾਰਾਜ ਕਹਿਣ ਲੱਗੇ ਕਿਉਂਕਿ ਜੋ ਮੈਂ ਤੈਨੂੰ ਕਹਿ ਰਿਹਾ ਹੈ ਇਹ ਕੰਮ ਨੇਕ ਕੰਮ ਹੈ,
ਇਹ ਦੀਨ ਪ੍ਰਸਤੀ ਦਾ ਇਹ ਕੰਮ ਹੈ ਜੋ ਤੈਨੂੰ ਕਰਨ ਵਾਸਤੇ ਕਿਹਾ ਹੈ। ਜੋ ਯਜ਼ਦਾ ਸ਼ਨਾਸ਼ੀ, ਜੇ ਤੂੰ ਰੱਬ ਨੂੰ ਪਛਾਣਦਾ ਹੈ ਬਾ ਜਾਂ ਬਰਤਰੀ, ਤਾਂ ਇਸ ਕੰਮ ਨੂੰ ਜਾਨ ਨਾਲੋਂ ਵੀ ਜ਼ਿਆਦਾ ਉਚਤਾ ਦੇ। ਭਾਵ ਵੀ ਪਿਆਰ ਕਰ ਇਨਸਾਫ ਦੇ ਕੰਮ ਨੂੰ, ਵੀ ਭਾਵੇਂ ਮੇਰੀ ਜਾਨ ਚਲੀ ਜਾਏ ਮੈਂ ਇਨਸਾਫ ਕਰਨਾ ਹੈ, ਕਦੀ ਕਿਸੇ ਨਾਲ ਬੇਇਨਸਾਫੀ ਨਹੀਂ ਕਰਾਂਗਾ। ਜੇ ਤੂੰ ਪਰਮਾਤਮਾ ਨੂੰ, ਖੁਦਾ ਨੂੰ ਪਛਾਣਦਾ ਹੈ ਤੇ ਇਨਸਾਫ ਪਸੰਦ ਹੋ, ਇਸ ਇਨਸਾਫ ਦੇ ਕੰਮ ਨੂੰ ਆਪਣੀ ਜਾਨ ਤੋਂ ਵੀ ਬਿਹਤਰ ਸਮਝ। ਤੁਰਾ ਮਨ ਨਾ ਦਾਨਮ ਕੀ ਯਜ਼ਦਾ ਸ਼ਨਾਸ਼, ਬਰਾਮਦ ਜ਼ਿਤੋ ਕਾਰਹਾ ਪੁਰਖਰਾਸ਼। ਐ ਔਰੰਗਜ਼ੇਬ, ਮੈਂ ਜਾਣਦਾ ਹਾਂ ਵੀ ਤੈਨੂੰ ਰੱਬ ਦੀ ਕੋਈ ਪਛਾਣ ਨਹੀਂ। ਨਾ ਦਾਨਮ ਕਿ ਯਜ਼ਦਾ ਸ਼ਨਾਸ਼, ਯਜ਼ਦਾ ਪਰਮਾਤਮਾ, ਸ਼ਨਾਸ਼ ਮੈਨੇ ਪਛਾਣ। ਮਹਾਰਾਜ ਕਹਿੰਦੇ ਮੈਂ ਜਾਣਦਾ ਹਾਂ ਵੀ ਤੈਨੂੰ ਰੱਬ ਦੀ ਕੋਈ ਪਛਾਣ ਨਹੀਂ। ਲੋਕ ਤੈਨੂੰ ਕਹਿੰਦੇ ਹੋਣਗੇ ਖੁਦਾ ਪ੍ਰਸਤ ਹੈ, ਦੀਨ ਪ੍ਰਸਤ ਹੈ, ਧਰਮ ਦੀ ਪਾਲਣਾ ਕਰਨ ਵਾਲਾ, ਪਰ ਮਹਾਰਾਜ ਕਹਿੰਦੇ ਮੈਂ ਇਹ ਗੱਲ ਕਹਿੰਦਾ ਹਾਂ, ਮੈਂ ਇਹ ਜਾਣਦਾ ਹਾਂ ਵੀ ਤੈਨੂੰ ਖੁਦਾ ਦੀ ਕੋਈ ਪਛਾਣ ਨਹੀਂ। ਬਰਾਮਦ ਹੋ ਚੁੱਕੇ ਜਿਤੋਂ ਮੈਨੇ ਜਿੰਨੇ ਵੀ ਕਾਰਹਾ ਕੰਮ ਪੁਰ ਖਰਾਸ਼। ਮਹਾਰਾਜ ਕਹਿੰਦੇ ਨੇ ਖਰਾਸ਼ ਦਾ ਅਰਥ ਹੁੰਦਾ ਛਿੱਲਣਾ, ਦੁੱਖ ਦੇਣਾ। ਪੁਰ ਮੈਨੇ ਪੂਰਨ ਤੌਰ ਤੇ, ਕਿਉਂਕਿ ਤੇਰੇ ਕੋਲੋਂ ਹੁਣ ਤੱਕ ਜਿੰਨੇ ਵੀ ਕੰਮ ਹੋਏ ਨੇ ਇਹ ਲੋਕਾਂ ਦੇ ਦਿਲ ਦਿਖਾਉਣ ਵਾਲੇ ਹੋਏ ਨੇ। ਤੂੰ ਧਰਮ ਪ੍ਰਸਤ ਨਹੀਂ, ਤੂੰ ਤਾਂ ਲੋਕਾਂ ਨੂੰ ਉਹਨਾਂ ਦੇ ਧਰਮ ਦੀ ਮਰਿਆਦਾ ਖਾਉਣ ਵਾਲਾ ਹੈ। ਜੋ ਵੀ ਕੰਮ ਤੂੰ ਕੀਤੇ ਨੇ ਉਹ ਦਿਲ ਦਿਖਾਉਣ ਵਾਲੇ ਕੀਤੇ ਨੇ, ਨਿਕੰਮੇ ਕੰਮ ਹੀ ਕੀਤੇ ਨੇ, ਚੰਗਾ ਕੋਈ ਕੰਮ ਨਹੀਂ ਕੀਤਾ। ਸ਼ਨਾਸਦ ਹਮੀ ਤੋ ਨ ਯਜ਼ਦਾ ਕਰੀਮ, ਨਾ ਖਾਹਦ ਹਮੀ ਤੋ ਬਦੌਲਤ ਅਜ਼ੀਮ। ਸ਼ਨਾਸ਼ਦ ਪਛਾਣ, ਹਮੀ ਮੈਨੇ ਵੀ, ਤੋ ਨਾ ਯਜ਼ਦਾ ਕਰੀਮ, ਇਸੇ ਕਰਕੇ ਕਰੀਮ ਜੋ ਕਿਰਪਾਲੂ ਯਜ਼ਦਾ ਪਰਮਾਤਮਾ ਹੈ ਉਹ ਤੈਨੂੰ ਨਹੀਂ ਪਛਾਣਦਾ, ਵੀ ਤੂੰ ਉਹਦੇ ਦੱਸੇ ਹੋਏ ਰਾਹ ਤੇ ਨਹੀਂ ਚੱਲਦਾ, ਇਸ ਲਈ ਪਰਮਾਤਮਾ ਨੇ ਤੈਨੂੰ ਭੁਲਾਇਆ ਹੈ। ਨਾ ਖਾਹਦ ਹਮੀ ਤੋ ਬਦੌਲਤ ਅਜ਼ੀਮ, ਜੇ ਤੂੰ ਕਹਵੇਂ ਕਿ ਮੇਰੇ ਤੋਂ ਅਜ਼ੀਮ ਬੜੀ ਵੱਡੀ ਦੌਲਤ ਹੈ। ਮਹਾਰਾਜ ਕਹਿੰਦੇ ਇਹ ਜਿਹੜੇ ਤੂੰ ਕੰਮ ਕੀਤੇ ਨੇ ਨਾ ਅਨਿਆਂ ਦੇ, ਇਸੇ ਕਰਕੇ ਤੈਨੂੰ ਤੇਰੀ ਇੰਨੀ ਵੱਡੀ ਦੌਲਤ ਦੇ ਸਮੇਤ ਵੀ ਪਰਮਾਤਮਾ ਨਹੀਂ ਚਾਹੁੰਦਾ, ਭਾਵ ਤੈਨੂੰ ਉਹ ਕਬੂਲ ਨਹੀਂ ਕਰਦਾ ਹੈ। ਅਗਰ ਸਦ ਕੁਰਾਨ ਰਾ ਬਖੁਰਦੀ ਕਸਮ, ਮਰਾ ਐਤਬਾਰੇ ਨਾ ਈ ਜ਼ਰਹਾ ਦਮ। ਅਗਰ ਜੇਕਰ ਸਦ ਮੈਨੇ ਸੈਂਕੜੇ, ਕੁਰਾਨ ਮੈਨੇ ਕੁਰਾਨ, ਰਾ ਮੈਨੇ ਦੀਆਂ, ਬਖੁਰਦੀ ਖਾਵੇਂ ਕਸਮ। ਜੇਕਰ ਹੁਣ ਤੂੰ ਔਰੰਗਜ਼ੇਬ ਮੇਰੇ ਕੋਲ ਸੈਂਕੜੇ ਹੀ ਕੁਰਾਨ ਦੀਆਂ ਕਸਮਾਂ ਖਾਵੇਂ, ਮਰਾ ਐਤਬਾਰੇ ਨਾ, ਮਰਾ ਮੈਨੇ ਮੇਰਾ, ਐਤਬਾਰੇ ਇਤਬਾਰ ਭਰੋਸਾ, ਨਾ ਮੈਨੇ ਨਹੀਂ, ਈ ਮੈਨੇ ਤੇਰੀ ਇਸ ਕਸਮ ਤੇ, ਜ਼ਰਾ ਮੈਨੇ ਰੱਤਾ ਜਿੰਨਾ ਦਮ ਸਵਾਸ। ਜੇ ਤੂੰ ਹੁਣ ਸੈਂਕੜੇ ਕੁਰਾਨ ਦੀਆਂ ਕਸਮਾਂ ਮੇਰੇ ਸਾਹਮਣੇ ਖਾਵੇਂ ਤਾਂ ਤੇਰੀਆਂ ਇਹਨਾਂ ਕੁਰਾਨ ਦੀਆਂ ਕਸਮਾਂ ਦੇ ਉੱਪਰ ਜ਼ਰਾ ਇੱਕ ਸਵਾਸ ਮਾਤਰ ਵੀ ਮੇਰਾ ਭਰੋਸਾ ਨਹੀਂ ਹੈ। ਹਜ਼ੂਰੇ ਨਿਆਯਮ ਨ ਈ ਰਹਿ ਸ਼ਵਮ, ਅਗਰ ਸ਼ਾਹ ਬਖਾਹਦ ਮਨ ਆ ਜਾ ਰਵਮ। ਮਹਾਰਾਜ ਕਹਿਣ ਲੱਗੇ ਔਰੰਗਜ਼ੇਬ ਹਜ਼ੂਰੇ ਮੈਨੇ ਪਾਸ, ਨਿਆਯਮ ਨਹੀਂ ਆਵਾਂਗਾ। ਮਹਾਰਾਜ ਕਹਿਣ ਲੱਗੇ ਔਰੰਗਜ਼ੇਬ ਮੈਂ ਤੇਰੇ ਦਰਬਾਰ ਵਿੱਚ ਨਹੀਂ ਆਵਾਂਗਾ। ਨਾ ਹੀ ਰਹਿ ਸ਼ਵਮ, ਤੇ ਨਾ ਹੀ ਇਸ ਰਸਤੇ ਤੇ ਖਲੋਵਾਂਗਾ। ਅਗਰ ਸ਼ਾਹ ਬਖਾਹਦ, ਜੇਕਰ ਸ਼ਹਿਨਸ਼ਾਹ ਪਰਮਾਤਮਾ ਚਾਵੇ, ਉਹ ਮਾਲਕ ਦੀ ਮਰਜ਼ੀ ਹੋਵੇ, ਮਨ ਮੈਨੇ ਮੈਂ, ਆ ਮੈਨੇ ਉਸ, ਜਾ ਮੈਨੇ ਜਗ੍ਹਾ, ਰਵਮ ਮੈਨੇ ਚੱਲਣਾ ਜਾਂ ਜਾਣਾ। ਜੇ ਮਾਲਕ ਪਰਮਾਤਮਾ ਦੀ ਮਰਜ਼ੀ ਹੋਵੇ, ਉਹ ਖੁਦਾ ਚਾਵੇ, ਤਾਂ ਮੈਂ ਉਸ ਜਗ੍ਹਾ ਲਈ ਤੁਰ ਪਵਾਂਗਾ, ਚਲਿਆ ਜਾਵਾਂਗਾ। ਜਿੱਥੇ ਮੇਰੇ ਮਾਲਕ ਦੀ ਚਾਹਨਾ ਹੋਵੇਗੀ ਉਹ ਮੈਨੂੰ ਲੈ ਜਾਵੇਗਾ। ਸੋ ਇਉਂ ਸਾਧ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਔਰੰਗਜ਼ੇਬ ਨੂੰ ਜ਼ਫਰਨਾਮਾ ਜਿੱਤ ਦੀ ਚਿੱਠੀ ਪੱਤਰਕਾਰ ਲਿਖ ਰਹੇ ਨੇ। ਸੋ ਇੱਥੋਂ ਤੱਕ 88 ਬੈਂਤਾਂ ਦੀ ਵਿਚਾਰ ਹੋਈ ਹੈ। ਇਹ ਤੋਂ ਅੱਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਔਰੰਗਜ਼ੇਬ ਦੀਆਂ ਕੁਝ ਖੂਬੀਆਂ ਦਾ ਵੀ ਜ਼ਿਕਰ ਕਰਨਗੇ। ਮਹਾਰਾਜ ਕਹਿਣਗੇ ਮੈਨੂੰ ਪਤਾ ਹੈ ਤੇਰੇ ਵਿੱਚ ਕੁਝ ਗੁਣ ਵੀ ਹੈਗੇ ਨੇ, ਤੂੰ ਚੰਗਾ
सूरमा है, घोड़सवार चंगा है, पर जिहड़ा आ तू काम कीता पे कसमां खा के मुकर गए, तेरे वर्गा कोई दुनिया ते नहीं देखण नूं मिलना मनुख। तो इथों तक 88 ਬੈਂਤਾਂ ਦੀ ਜ਼ਫਰਨਾਮੇ ਦੀ ਵਿਚਾਰ ਹੋਈ ਹੈ। सतगुरु पातशाह किरपा करन, भुलां दी मुआफ़ी बख्शणी, अगां वास्ते सुमत बख्शणी। आओ अंतलियां पंक्तियां पढ़ के समाप्ति करिए। लेखै कतह ना छूटिए, खिन खिन भूलन, बख्शन हार बख्श लै, नानक पार उतार। हजूरे न्यायम न ई रह शवम, अगर शाह बखाहद मन आजा रवम। वाहिगुरु जी का खालसा, वाहिगुरु जी की फतेह। तूठा